ਵਾਹਿਗੁਰੂ ਸਾਹਿਬ ਜੀਓ। ਕਿਰਪਾ ਕਰੋ ਦੀਨ ਕੇ ਦਾਤੇ, ਮੇਰਾ ਗੁਣ ਅਵਗੁਣ ਨਾ ਵਿਚਾਰੋ ਕੋਈ। ਮਾਟੀ ਕਾ ਕਿਆ ਤੋਪੈ ਸੁਆਮੀ, ਮਾਨਸ ਕੀ ਗਤਿ ਹੀ। ਵਾਹਿਗੁਰੂ ਜੀ। ਸ਼ਲੋਕ ਮਹਿਲਾ ਤੀਜਾ। ਏ ਮਨ ਹਰਿ ਜੀ ਧਿਆਈ ਤੂੰ, ਇਕ ਮਨ ਇਕ ਚਿਤ ਭਾਈ। ਹਰਿ ਕੀਆਂ ਸਦਾ ਸਦਾ ਵਡਿਆਈਆਂ, ਦੀਨ ਨ ਪਛੁਤਾਈ। ਏ ਮਨ ਹਰਿ ਜੀ ਧਿਆਈ ਤੂੰ, ਇਕ ਮਨ ਇਕ ਚਿਤ ਭਾਈ। ਹਰਿ ਕੀਆਂ ਸਦਾ ਸਦਾ ਵਡਿਆਈਆਂ, ਦੀਨ ਨ ਪਛੁਤਾਈ। ਹਉ ਹਰਿ ਕੈ ਸਦ ਬਲਿਹਾਰਨੈ, ਜਿਤ ਸੇਵਿਐ ਸੁਖ ਪਾਈ। ਨਾਨਕ ਗੁਰਮੁਖ ਮਿਲ ਰਹੈ, ਹਉਮੈ ਸ਼ਬਦ ਜਲਾਈ। ਪਰਮ ਸਤਿਕਾਰਯੋਗ ਗੁਰੂ ਪਿਆਰੀ ਗੁਰੂ ਸਵਾਰੀ ਸਤ ਸੰਗਤ ਜੀ, ਵੱਡਿਆਂ ਭਾਗਾਂ ਵਾਲੇ ਹਾਂ। ਸਤਿਗੁਰਾਂ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਜੁੜ ਬੈਠ ਕੇ ਸਤਿਗੁਰਾਂ ਦੀ ਇਲਾਹੀ ਬਾਣੀ ਨੂੰ ਸਰਵਣ ਕਰਕੇ ਪਿਆਰ ਵਾਲਿਓ, ਜੀਵਨ ਦੇ ਕੁਝ ਕੁ ਜਿਹੜੇ ਪਲ ਨੇ ਉਹਨਾਂ ਨੂੰ ਸਫਲਾ ਬਣਾਉਣ ਦਾ ਯਤਨ ਕਰ ਰਹੇ ਸਾਂ। ਆਓ ਪਿਆਰ ਵਾਲਿਓ, ਹੁਣ ਕੁਝ ਸਮੇਂ ਦੇ ਲਈ ਗੁਰਮਤ ਵਿਚਾਰਾਂ ਦੇ ਨਾਲ ਸਾਂਝ ਪਾਈਏ। ਵਿਚਾਰਾਂ ਦੀ ਆਰੰਭਤਾ ਤੋਂ ਪਹਿਲਾਂ ਮਨ ਦੀਆਂ ਬਿਰਤੀਆਂ ਨੂੰ ਕਰੋ ਇਕਾਗਰ। ਬੜੇ ਹੀ ਪਿਆਰ ਦੇ ਨਾਲ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੰਮ੍ਰਿਤ ਵੇਲੇ ਤੋਂ ਇਸ ਪਾਵਨ ਅਸਥਾਨ ਦੇ ਉੱਪਰੋਂ ਜੋ ਪਾਵਨ ਹੁਕਮਨਾਮੇ ਦੀ ਬਖਸ਼ਿਸ਼ ਹੋਈ, ਸੋਰਠ ਰਾਗ ਦੇ ਅੰਦਰ ਚੌਥੇ ਪਾਤਸ਼ਾਹ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਵੱਲੋਂ ਉਚਾਰਨ ਕੀਤੀ ਹੋਈ ਵਾਰ ਦੇ ਵਿੱਚੋਂ ਅਖੀਰਲੀ ਪੌੜੀ 29 ਨੰਬਰ ਜੋ ਪੌੜੀ ਹੈ, ਉਹ ਪਾਵਨ ਹੁਕਮਨਾਮੇ ਦੇ ਤੌਰ 'ਤੇ ਬਖਸ਼ਿਸ਼ ਹੋਈ ਹੈ, ਜਿਹਦੇ ਵਿੱਚ ਜਿਹੜੇ 2 ਸ਼ਲੋਕ ਨੇ ਉਹ ਤੀਜੇ ਪਾਤਸ਼ਾਹ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਵੱਲੋਂ ਉਚਾਰਨ ਕੀਤੇ ਹੋਏ ਨੇ। ਤੇ ਸਤਿਗੁਰੂ ਪਾਤਸ਼ਾਹ ਜੀ ਦੇ ਵੱਲੋਂ ਉਚਾਰਨ ਕੀਤਾ ਹੋਇਆ ਪਹਿਲਾ ਸ਼ਲੋਕ ਜਿਹਦੇ ਅੰਦਰ
ਸਤਿਗੁਰੂ ਪਾਤਸ਼ਾਹ ਜੀ ਮਨ ਨੂੰ ਸੁਚੇਤ ਕਰਦਿਆਂ ਹੋਇਆਂ, ਮਨ ਨੂੰ ਸੰਕੇਤ ਕਰਦਿਆਂ ਹੋਇਆਂ ਸਮਝਾਉਣਾ ਕਰਦੇ ਨੇ ਕਿ ਇਹ ਭਾਈ, ਜੇ ਤੂੰ ਉਸ ਪਰਮਾਤਮਾ ਦਾ ਸਿਮਰਨ ਕਰਨਾ ਹੀ ਚਾਹੁੰਦਾ ਹੈ, ਉਸ ਪਰਮਾਤਮਾ ਨੂੰ ਸਿਮਰਨਾ ਹੀ ਚਾਹੁੰਦਾ ਹੈ, ਤਾਂ ਇੱਕ ਗੱਲ ਦਾ ਧਿਆਨ ਜ਼ਰੂਰ ਰੱਖੀ ਵੀ ਪਰਮਾਤਮਾ ਦੀ ਭਗਤੀ ਕਰਦੇ ਆ, ਪਰਮਾਤਮਾ ਦਾ ਸਿਮਰਨ ਕਰਦੇ ਆ, ਤੇਰਾ ਜਿਹੜਾ ਮਨ ਹੈ ਨਾ ਉਹ ਇੱਕ ਚਿੱਤ ਹੋਵੇ, ਇਕਾਗਰ ਹੋਵੇ, ਮਨ ਦੀ ਸੰਭਾਲ ਹੋਵੇ। ਪਾਤਸ਼ਾਹ ਜੀ ਕਿਰਪਾ ਕਰਦੇ ਇਹ ਮਨ ਹਰ ਜੀ ਧਿਆਏ ਤੂੰ, ਇੱਕ ਮਨ ਇੱਕ ਚਿੱਤ ਪਾਈ, ਵੀ ਹੇ ਮੇਰੇ ਮਨਾ, ਹਰੀ ਨੂੰ ਤੂੰ ਧਿਆਉਣਾ ਕਰ, ਹਰੀ ਦੀ ਸਿਫਤ ਸਲਾਹ ਕਰ, ਹਰੀ ਨੂੰ ਯਾਦ ਕਰ, ਪਰਮਾਤਮਾ ਦਾ ਸਿਮਰਨ ਕਰ, ਇੱਕ ਮਨ ਇੱਕ ਚਿੱਤ ਪਾਈ, ਵੀ ਇੱਕ ਮਨ ਹੋ ਕੇ, ਇੱਕ ਚਿੱਤ ਹੋ ਕੇ, ਭਾਵ ਇਕਾਗਰ ਹੋ ਕੇ। ਤੇ ਬੰਦੇ ਦਾ ਜਿਹੜਾ ਮਨ ਹੈ, ਜਦੋਂ ਗੁਰਬਾਣੀ ਨੂੰ ਪੜ੍ਹਦੇ ਹਾਂ, ਗੁਰਬਾਣੀ ਦੇ ਅੰਦਰ ਬੰਦੇ ਦੇ ਮਨ ਨੂੰ ਹਵਾ ਵੀ ਆਖਿਆ ਗਿਆ, ਵੀ ਇਹ ਮਨੁੱਖ ਦਾ ਜਿਹੜਾ ਮਨ ਹੈ ਨਾ, ਵੀ ਇਹ ਮਨ ਕਦੇ ਟਿਕਦਾ ਨਹੀਂ। ਜਿਵੇਂ ਹਵਾ ਜਿਹੜੀ ਨਿਰੰਤਰ ਚੱਲਦੀ ਰਹਿੰਦੀ ਹੈ ਨਾ, ਹਵਾ ਵੀ ਰੁਕਦੀ ਨਹੀਂ ਕਦੇ, ਤੇ ਐਵੇਂ ਮਨੁੱਖ ਦਾ ਮਨ ਹੈ। ਮਨੁੱਖ ਦੇ ਬਾਕੀ ਸਰੀਰ ਦੇ ਜਿਹੜੇ ਅੰਗ ਨੇ ਸਭ ਰੁਕ ਜਾਂਦੇ ਨੇ, ਕੰਮ ਕਰਨੋਂ ਹਟ ਜਾਂਦੇ ਨੇ, ਪਰ ਫਿਰ ਵੀ ਜਿਹੜਾ ਬੰਦੇ ਦਾ ਮਨ ਹੈ, ਵੀ ਇਹ ਮਨ ਭਟਕਦਾ ਰਹਿੰਦਾ ਹੈ। ਸੰਤੋ ਮਨ ਪਵਨੈ ਸੁਖ ਬਣਿਆ, ਵੀ ਇਹ ਜਿਹੜਾ ਮਨ ਹੈ ਸਤਸੰਗੀ ਜਨੋ, ਵੀ ਇਹ ਜਿਹੜਾ ਮਨ ਸੀ ਨਾ, ਹਵਾ ਦੀ ਤਰ੍ਹਾਂ ਭਟਕਦਾ ਪਿਆ ਸੀ, ਹਵਾ ਦੀ ਤਰ੍ਹਾਂ ਚੱਲ ਹੀ ਰਿਹਾ ਸੀ, ਰੁਕਦਾ ਨਹੀਂ ਸੀ। ਕਹਿੰਦੇ ਅੱਜ ਸੁਖ ਬਣ ਗਿਆ, ਕਿਸ ਜੋਗ ਪ੍ਰਾਪਤ ਗਣਿਆ, ਵੀ ਹੁਣ ਕੁਝ ਕਰਨ ਜੋਗਾ ਹੋ ਗਿਆ, ਹਰੀ ਦਾ ਸਿਮਰਨ ਕਰਦਾ, ਹਰੀ ਨੂੰ ਚਿਤੇ ਕਰਦਾ। ਤੇ ਭਗਤ ਕਬੀਰ ਸਾਹਿਬ ਦੀ ਬਾਣੀ ਨੂੰ ਪੜ੍ਹ ਕੇ ਵੇਖ ਲਵੋ। ਭਗਤ ਕਬੀਰ ਸਾਹਿਬ ਜੀ ਨੇ ਆਪਣੀ ਬਾਣੀ ਦੇ ਅੰਦਰ ਇੱਥੋਂ ਤੱਕ ਇਹ ਗੱਲ ਆਖ ਦਿੱਤੀ ਵੀ ਇਹ ਜਿਹੜਾ ਮਨ ਹੈ ਨਾ, ਇਹ ਪੰਛੀ ਦੀ ਨਿਆਈ ਹੈ। ਜਿਵੇਂ ਪੰਛੀ ਇੱਕ ਦਰਖਤ ਤੋਂ ਉੱਡਦਾ ਵੀ ਦੂਜੇ ਦਰਖਤ ਤੇ ਜਾ ਕੇ ਦੂਜੀ ਟਾਹਣੀ ਤੇ ਬਹਿ ਜਾਂਦਾ, ਦੂਜੀ ਤੋਂ ਉੱਡਦਾ ਤੀਜੀ ਤੇ ਜਾ ਕੇ ਬਹਿ ਜਾਂਦਾ, ਭਾਵ ਉਹ ਹਰ ਸਮੇਂ ਇੱਕ ਜਗ੍ਹਾ ਤੇ ਟਿੱਕੇ ਨਹੀਂ ਬੈਠਦਾ, ਇੱਕ ਜਗ੍ਹਾ ਤੇ ਰੁਕਦਾ ਨਹੀਂ, ਇੱਕ ਜਗ੍ਹਾ ਤੇ ਟਿਕਾਣਾ ਨਹੀਂ ਕਰਦਾ। ਤੇ ਐਵੇਂ ਹੀ ਬੰਦੇ ਦਾ ਮਨ ਹੈ, ਵੀ ਮਨ ਵੀ ਇੱਕ ਵਿਚਾਰ ਤੇ ਰੁਕਦਾ ਨਹੀਂ, ਇੱਕ ਜਗ੍ਹਾ ਇਕਾਗਰ ਨਹੀਂ ਹੁੰਦਾ। ਮਨੁੱਖ ਕਾਰਜ ਕੁਝ ਹੋਰ ਕਰ ਰਿਹਾ ਹੁੰਦਾ ਹੈ, ਪਰ ਮਨ ਦੇ ਅੰਦਰ ਵਿਚਾਰਾਂ ਕੋਈ ਹੋਰ ਚੱਲ ਰਹੀਆਂ ਹੁੰਦੀਆਂ ਨੇ। ਕਬੀਰ ਮਨ ਪੰਖੀ ਭਇਓ, ਉੱਡ ਉੱਡਦਾ ਦਿਸ ਜਾਏ। ਕਹਿੰਦੇ ਜਿਵੇਂ ਪੰਛੀ ਉੱਡ ਉੱਡ ਕੇ ਦਸਾਂ ਦਿਸ਼ਾਵਾਂ ਦੇ ਵੱਲ ਉੱਡਦਾ ਰਹਿੰਦਾ, ਭਟਕਦਾ ਰਹਿੰਦਾ, ਤੇ ਐਵੇਂ ਹੀ ਬੰਦੇ ਦਾ ਮਨ ਹੈ। ਜੋ ਜੈਸੀ ਸੰਗਤ ਕਰੇ, ਜੋ ਜੈਸੀ ਸੰਗਤ ਮਿਲੇ, ਸੋ ਤੈਸੋ ਫਲ ਪਾਏ। ਵੀ ਜਿਹੜਾ ਮਨ ਜਿਹੋ ਜੀ ਸੰਗਤ ਕਰਦਾ, ਵੀ ਚੰਗੇ ਦੀ ਸੰਗਤ ਕਰੇਗਾ ਤੇ ਅਸਰ ਵੀ ਚੰਗਾ ਹੋਵੇਗਾ, ਫਲ ਵੀ ਚੰਗਾ ਮਿਲੇਗਾ। ਹੁਣ ਮਾੜੇ ਦੀ ਸੰਗਤ ਕਰੇਗਾ ਤੇ ਮਨ ਦੇ ਅੰਦਰ ਵਿਚਾਰ ਵੀ ਮਾੜੇ ਆਉਣਗੇ। ਤੇ ਇਹ ਮਨ ਸੰਗਤ ਦਾ ਬੜਾ ਪ੍ਰਭਾਵਕ ਬੋਲਦਾ ਹੈ। ਮਨੁੱਖ ਜਿਹੋ ਜੀ ਸੰਗਤ ਦੇ ਵਿੱਚ ਰਹਿਣਾ ਸ਼ੁਰੂ ਕਰ ਦੇਵੇਗਾ ਨਾ, ਵੀ ਜੇਕਰ ਗੁਰੂ ਦੇ ਦਰ ਤੇ ਆਉਣਾ ਸ਼ੁਰੂ ਕਰ ਦਿੱਤਾ ਤੇ ਮਨ ਦੇ ਅੰਦਰ ਵਿਚਾਰ ਇਹ ਚੱਲੇਗੀ, ਕਦੋਂ ਮੈਂ ਗੁਰੂ ਦੇ ਦਰ ਤੇ ਜਾਵਾਂ, ਕਦੋਂ ਜਾ ਕੇ ਗੁਰਬਾਣੀ ਨੂੰ ਪੜ੍ਹਾਂ। ਤੇ ਜੇਕਰ ਕਿਤੇ ਇਹ ਗਲਤ ਰਸਤੇ ਤੇ ਪੈ ਗਿਆ ਤੇ ਫਿਰ ਮਨ ਦੇ ਅੰਦਰ ਵਿਚਾਰਾਂ ਵੀ ਇਹ ਚੱਲਦੀਆਂ ਰਹਿੰਦੀਆਂ ਨੇ।
ਤੇ ਸਤਿਗੁਰੂ ਪਾਤਸ਼ਾਹ ਜੀ ਇੱਥੋਂ ਤੱਕ ਆਪਣੀ ਗੁਰਬਾਣੀ ਦੇ ਅੰਦਰ ਕਿਰਪਾ ਕਰਦੇ ਨੇ ਵੀ ਇਹ ਮਨ ਹਰ ਜੀ ਧਿਆਏ ਤੂੰ, ਇਹ ਮੇਰੇ ਮਨਾ ਵੀ ਜੇਕਰ ਤੂੰ ਹਰੀ ਦਾ ਸਿਮਰਨ ਕਰਨਾ ਹੈ ਨਾ, ਵੀ ਹਰੀ ਨੂੰ ਯਾਦ ਕਰਨਾ ਹੈ, ਇੱਕ ਮਨ ਇੱਕ ਚਿੱਤ ਭਾਈ, ਵੀ ਇੱਕ ਮਨ ਹੋ ਕੇ ਇੱਕ ਚਿੱਤ ਹੋ ਕੇ ਉਸ ਪਰਮਾਤਮਾ ਦਾ ਸਿਮਰਨ ਕਰ। ਤੇ ਪਿਆਰ ਵਾਲਿਓ, ਜਦੋਂ ਆਪਾਂ ਇਤਿਹਾਸ ਦੇ ਜਿਹੜੇ ਵਰਕੇ ਫਰੋਲਦੇ ਆ ਨਾ, ਤੇ ਸਤਿਗੁਰੂ ਪਾਤਸ਼ਾਹ ਜੀ ਦੇ ਜੀਵਨ ਦੇ ਵਿੱਚੋਂ ਅਨੇਕਾਂ ਜਿਹੜੀਆਂ ਘਟਨਾਵਾਂ ਸਾਡੇ ਸਾਹਮਣੇ ਆਉਂਦੀਆਂ ਨੇ, ਵੀ ਜਿਨ੍ਹਾਂ ਨੇ ਇੱਕ ਮਨ ਹੋ ਕੇ ਇੱਕ ਚਿੱਤ ਹੋ ਕੇ ਗੁਰਬਾਣੀ ਨੂੰ ਪੜ੍ਹਿਆ, ਮਨ ਦੀ ਇਕਾਗਰਤਾ ਦੇ ਨਾਲ ਉਸ ਪਰਮਾਤਮਾ ਦਾ ਸਿਮਰਨ ਕੀਤਾ, ਸਿਫਤ ਸਲਾਹ ਕੀਤੀ ਹੈ, ਤੇ ਸਤਿਗੁਰੂ ਪਾਤਸ਼ਾਹ ਜੀ ਨੇ ਉਹਦੇ ਉੱਪਰੋਂ ਸਭ ਕੁਝ ਵਾਰਨ ਲਈ ਤਿਆਰ ਹੋ ਗਏ ਨੇ। ਵੀ ਇੱਥੋਂ ਤੱਕ ਗੁਰੂ ਨਾਨਕ ਦੇ ਘਰ ਦੀ ਜਿਹੜੀ ਗੁਰਿਆਈ ਹੈ ਨਾ, ਵੀ ਉਹਨੂੰ ਦੇਣ ਲਈ ਤਿਆਰ ਹੋ ਗਏ ਸਨ। 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦਾ ਜੀਵਨ ਪੜ੍ਹ ਕੇ ਵੇਖ ਲਵੋ। ਦੀਵਾਨ ਸਜਿਆ ਹੋਇਆ, ਸੰਗਤਾਂ ਬੈਠੀਆਂ ਹੋਈਆਂ ਨੇ, ਸਿੱਖ ਵੀ ਬੈਠੇ ਹੋਏ ਨੇ, ਤੇ ਸਤਿਗੁਰੂ ਪਾਤਸ਼ਾਹ ਜੀ ਸਾਰਿਆਂ ਨੂੰ ਇੱਕ ਉਪਦੇਸ਼ ਕਰਦੇ ਨੇ, ਵੀ ਇੱਕ ਹੁਕਮ ਕਰਦੇ ਨੇ ਵੀ ਭਾਈ ਤੁਹਾਡੇ ਵਿੱਚੋਂ ਕੋਈ ਸਿੱਖ ਉੱਠੇ ਤੇ ਉੱਠ ਕੇ ਗੁਰਬਾਣੀ ਦਾ ਸ਼ੁੱਧ ਪਾਠ ਸੁਣਨਾ ਕਰੇ, ਤੇ ਜਿੱਥੇ ਅੱਖਰਾਂ ਦਾ ਸ਼ੁੱਧ ਉਚਾਰਨ ਹੋਵੇ, ਵੀ ਉਹਦੇ ਨਾਲ ਨਾਲ ਮਨ ਦੀ ਇਕਾਗਰਤਾ, ਮਨ ਦੀ ਸੰਭਾਲ ਕਰਕੇ ਪੜ੍ਹੇ। ਹੁਣ ਸਿੱਖਾਂ ਨੇ ਸਤਿਗੁਰਾਂ ਨੂੰ ਸਵਾਲ ਕੀਤਾ, ਕਹਿੰਦੇ ਸਤਿਗੁਰੂ ਪਾਤਸ਼ਾਹ ਜੀ ਵੀ ਬਾਣੀ ਪੜ੍ਹਦਿਆਂ ਨੂੰ ਤੇ ਸਾਨੂੰ ਬੜਾ ਸਮਾਂ ਹੋ ਗਿਆ, ਕਈਆਂ ਨੂੰ ਇਹ ਜਿਹੜੀ ਬਾਣੀ ਹੈ ਇਹ ਯਾਦ ਵੀ ਹੈ, ਕੰਠ ਵੀ ਹੈ, ਵੀ ਜ਼ੁਬਾਨੀ ਇਸ ਬਾਣੀ ਦਾ ਪਾਠ ਕਰ ਲੈਂਦੇ ਨੇ, ਪਰ ਇਹ ਜਿਹੜੀ ਤੁਸੀਂ ਸ਼ਰਤ ਰੱਖੀ ਹੈ ਨਾ ਮਨ ਦੀ ਇਕਾਗਰਤਾ ਦੇ ਨਾਲ, ਤੇ ਜਦੋਂ ਤੁਸੀਂ ਕਿਰਪਾ ਕਰੋਗੇ, ਤੁਹਾਡੀ ਰਹਿਮਤ ਹੋਵੇਗੀ, ਤਾਂ ਹੀ ਮਨ ਦੀ ਸੰਭਾਲ ਦੇ ਨਾਲ ਬਾਣੀ ਪੜ੍ਹ ਸਕਦੇ ਹਾਂ। ਉਂਝ ਤੇ ਇਹ ਮਨ ਹਰ ਸਮੇਂ ਭਟਕਦਾ ਰਹਿੰਦਾ, ਵੀ ਦੌੜਦਾ ਰਹਿੰਦਾ, ਵੀ ਮਨ ਦੇ ਅੰਦਰ ਵਿਚਾਰਾਂ ਪਤਾ ਨਹੀਂ ਕੀ ਕੀ ਚੱਲਦੀਆਂ ਰਹਿੰਦੀਆਂ ਨੇ, ਵੀ ਬੈਠਾ ਕਿਤੇ ਹੋਰ ਹੁੰਦਾ, ਮਨ ਦੇ ਅੰਦਰ ਵਿਚਾਰਾਂ ਕੁਝ ਹੋਰ ਚੱਲ ਰਹੀਆਂ ਹੁੰਦੀਆਂ ਨੇ। ਤੇ ਸਤਿਗੁਰੂ ਪਾਤਸ਼ਾਹ ਜੀ ਮੁਸਕਰਾ ਕੇ ਫਿਰ ਆਖਣ ਲੱਗੇ ਵੀ ਤੁਹਾਡੇ ਵਿੱਚੋਂ ਕੋਈ ਬੁੱਧੀਵਾਨ ਹੋਵੇ, ਵੀ ਜਿਹੜਾ ਜਪਜੀ ਸਾਹਿਬ ਦਾ ਜਿਹੜਾ ਪਾਠ ਹੈ, ਵੀ ਉਹ ਸ਼ੁੱਧ ਉਚਾਰਨ ਦੇ ਨਾਲ, ਅੱਖਰਾਂ ਦਾ ਸ਼ੁੱਧ ਉਚਾਰਨ ਕਰਦਾ ਹੋਵੇ, ਤੇ ਮਨ ਦੀ ਇਕਾਗਰਤਾ ਦੇ ਨਾਲ ਪੜ੍ਹਦਾ ਹੋਵੇ, ਵੀ ਸੁਣਨਾ ਕਰੋ। ਤੇ ਇੱਕ ਸਿੱਖ ਉੱਠ ਕੇ ਆਇਆ, ਵੀ ਇਤਿਹਾਸਕਾਰਾਂ ਨੇ ਜਿਹਦਾ ਨਾਮ ਦੱਸਿਆ ਭਾਈ ਗੋਪਾਲਾ ਜੀ, ਤੇ ਹੱਥ ਜੋੜ ਕੇ ਸਤਿਗੁਰਾਂ ਨੂੰ ਨਮਸਕਾਰ ਕੀਤੀ, ਤੇ ਨਮਸਕਾਰ ਕਰਕੇ ਆਖਣ ਲੱਗਾ ਸਤਿਗੁਰੂ ਪਾਤਸ਼ਾਹ ਜੀ ਵੀ ਮੈਂ ਆਪ ਜੀ ਨੂੰ ਸ਼ੁੱਧ ਉਚਾਰਨ ਦੇ ਵਿੱਚ ਮਨ ਦੀ ਇਕਾਗਰਤਾ ਦੇ ਨਾਲ ਜੋ ਪਾਠ ਹੈ ਵੀ ਉਹ ਸਰਵਣ ਕਰਾਵਾਂਗਾ, ਤੇ ਆਪ ਜੀ ਦੀ ਕਿਰਪਾ ਰਹਿਮਤ ਬਖਸ਼ਿਸ਼ ਬਣੀ ਰਵੇ, ਕਿਰਪਾ ਬਣੀ ਰਵੇ। ਤੇ ਸਤਿਗੁਰੂ ਪਾਤਸ਼ਾਹ ਜੀ ਨੇ ਆਖਿਆ ਠੀਕ ਹੈ, ਤੇ ਹੁਣ ਆਪਣੇ ਆਸਣ ਦੇ ਸਾਹਮਣੇ ਹੀ ਇੱਕ ਆਸਣ ਲਾ ਦਿੱਤਾ, ਜਿਹਦੇ ਉੱਤੇ ਭਾਈ ਗੋਪਾਲਾ ਜੀ ਨੂੰ ਹੁਣ ਬਿਠਾ ਦਿੱਤਾ ਹੈ, ਤੇ ਇੱਧਰੋਂ ਭਾਈ ਗੋਪਾਲਾ ਜੀ ਨੇ ਮਨ ਦੀ ਸੰਭਾਲ ਕਰਦਿਆਂ ਹੋਇਆਂ ਮਨ ਦੀ ਇਕਾਗਰਤਾ ਦੇ ਨਾਲ ਗੁਰਬਾਣੀ ਪੜ੍ਹਨੀ ਸ਼ੁਰੂ ਕਰ ਦਿੱਤੀ, ਜਪਜੀ ਸਾਹਿਬ ਦਾ ਜਿਹੜਾ ਪਾਠ ਹੈ ਵੀ ਉਹ ਆਰੰਭ ਕਰ ਦਿੱਤਾ ਹੈ। ਤੇ ਉਧਰ ਸਤਿਗੁਰੂ ਪਾਤਸ਼ਾਹ ਜੀ ਆਪਣੇ ਆਸਣ ਦੇ ਉੱਤੇ ਬੈਠ ਕੇ ਸੁਣ ਰਹੇ ਨੇ। ਜਿਵੇਂ ਜਿਵੇਂ ਭਾਈ ਗੋਪਾਲਾ ਜੀ ਬਾਣੀ ਪੜ੍ਹਦੇ ਜਾ ਰਹੇ ਨੇ, ਤਿਵੇਂ ਤਿਵੇਂ ਹੁਣ ਸਤਿਗੁਰੂ ਪਾਤਸ਼ਾਹ ਜੀ ਆਪਣਾ ਜਿਹੜਾ ਆਸਣ ਹੈ ਵੀ ਆਸਣ ਨੂੰ ਛੱਡਦੇ ਪਏ ਨੇ, ਥੋੜ੍ਹਾ ਥੋੜ੍ਹਾ ਕਰਕੇ ਖਿਸਕਦੇ ਪਏ ਨੇ, ਆਸਣ ਤੋਂ ਸਾਈਡ 'ਤੇ ਹੋ ਰਹੇ ਨੇ।
ਮਨ ਦੇ ਅੰਦਰ ਇਹ ਵਿਚਾਰ ਚੱਲਦੀ ਪਈ ਹੈ ਵੀ ਇੰਨੀ ਇਕਾਗਰਤਾ ਦੇ ਨਾਲ ਵੀ ਇਹ ਸਿੱਖ ਗੁਰਬਾਣੀ ਦਾ ਪਾਠ ਕਰਦਾ ਪਿਆ ਵੀ ਸੰਸਾਰ ਦੇ ਅੰਦਰ ਇਦਾਂ ਦੀ ਕੋਈ ਚੀਜ਼ ਨਹੀਂ ਵੀ ਜਿਹੜੀ ਇਸ ਸਿੱਖ ਨੂੰ ਦਿੱਤੀ ਜਾਵੇ। ਵੀ ਧਨ ਜੰਗੀਰ ਜਿਹੜੀ ਇਹ ਕਿੱਥੋਂ ਗੁਰਬਾਣੀ ਦਾ ਮੁਕਾਬਲਾ ਕਰ ਲਵੇਗੀ। ਤੇ ਮਨ ਦੇ ਅੰਦਰ ਇਹ ਵਿਚਾਰ ਆਈ ਵੀ ਕਿਉਂ ਨਾ ਗੁਰੂ ਨਾਨਕ ਦੀ ਬਖਸ਼ੀ ਹੋਈ, ਗੁਰੂ ਨਾਨਕ ਦੇ ਘਰ ਦੀ ਜਿਹੜੀ ਗੁਰਿਆਈ ਹੈ ਵੀ ਇਸ ਸਿੱਖ ਨੂੰ ਦੇ ਦਈਏ। ਤੇ ਥੋੜਾ ਥੋੜਾ ਕਰਕੇ ਹੁਣ ਸਤਿਗੁਰੂ ਪਾਤਸ਼ਾਹ ਜੀ ਵੀ ਆਪਣੇ ਆਸਣ ਤੋਂ ਖਿਸਕ ਰਹੇ ਨੇ, ਥੋੜਾ ਥੋੜਾ ਕਰਕੇ। ਤੇ ਇਧਰੋਂ ਇਹ ਸਿੱਖ ਹੈ ਵੀ ਇਹਦੇ ਮਨ ਦੇ ਅੰਦਰ ਹੁਣ ਇਹ ਵਿਚਾਰ ਚੱਲਦੀ ਪਈ ਹੈ ਵੀ ਸਤਿਗੁਰਾਂ ਨੇ ਇਹ ਗੱਲ ਆਖੀ ਹੈ ਵੀ ਜਿਹੜਾ ਗੁਰਬਾਣੀ ਦਾ ਸ਼ੁੱਧ ਉਚਾਰਨ ਕਰਕੇ ਮਨ ਦੀ ਸੰਭਾਲ ਕਰਕੇ ਗੁਰਬਾਣੀ ਦਾ ਪਾਠ ਸੁਣਾਵੇਗਾ ਵੀ ਜੋ ਵੀ ਉਹਦੀ ਮੰਗ ਹੋਵੇਗੀ ਨਾ ਵੀ ਉਹਦੀ ਮੰਗ ਉਹ ਪੂਰੀ ਕਰਾਂਗੇ, ਉਹਦੀ ਉਹ ਮੰਗ ਪੂਰੀ ਕਰ ਦਿੱਤੀ ਜਾਵੇਗੀ, ਪੂਰੀ ਹੋਵੇਗੀ ਮੰਗ। ਤੇ ਮਨ ਦੇ ਅੰਦਰ ਇਹ ਵਿਚਾਰ ਚੱਲਦੀ ਪਈ ਹੈ ਵੀ ਜੇਕਰ ਸਤਿਗੁਰੂ ਪਾਤਸ਼ਾਹ ਜੀ ਨੇ ਮੇਰੇ ਤੋਂ ਪੁੱਛਣਾ ਕੀਤਾ ਨਾ, ਮੇਰੇ ਤੋਂ ਪੁੱਛਿਆ ਤੇ ਮੈਂ ਤੇ ਇਹ ਗੱਲ ਆਖਾਂਗਾ ਸਤਿਗੁਰੂ ਪਾਤਸ਼ਾਹ ਜੀ ਵੀ ਜੋ ਆਪ ਜੀ ਦਾ ਘੋੜਾ ਹੈ ਨਾ, ਤਬੇਲੇ ਦੇ ਵਿੱਚ ਆਪ ਜੀ ਨੇ ਘੋੜਾ ਬੰਨਿਆ ਹੋਇਆ ਹੈ, ਬੜਾ ਕੀਮਤੀ ਹੈ ਵੀ ਜਿਹਦਾ ਬੜਾ ਮੁੱਲ ਆ, ਵੀ ਮੈਨੂੰ ਉਹ ਘੋੜਾ ਹੀ ਦੇ ਦੇਵੋ। ਮੇਰੇ ਤੇ ਮਨ ਦੀ ਇਹ ਇੱਛਾ ਹੈ ਵੀ ਮੈਂ ਤੇ ਸਤਿਗੁਰਾਂ ਦੇ ਕੋਲੋਂ ਵੀ ਉਹ ਅਮੋਲਕ ਘੋੜਾ ਮੰਗਾਂਗਾ ਵੀ ਸਤਿਗੁਰੂ ਪਾਤਸ਼ਾਹ ਜੀ ਕੇਵਲ ਮੈਨੂੰ ਤੇ ਇਹ ਘੋੜਾ ਹੀ ਦੇ ਦੇਵੋ, ਹੋਰ ਮੈਨੂੰ ਕੁਝ ਨਹੀਂ ਚਾਹੀਦਾ। ਤੇ ਸਤਿਗੁਰੂ ਪਾਤਸ਼ਾਹ ਜੀ ਆਪਣਾ ਆਸਣ ਦੇਣ ਲਈ ਤਿਆਰ ਨੇ, ਗੁਰਿਆਈ ਦੇਣ ਲਈ ਤਿਆਰ ਨੇ। ਤੇ ਜਿਵੇਂ ਹੀ ਇਧਰੋਂ ਪਾਠ ਦੀ ਸਮਾਪਤੀ ਹੁੰਦੀ ਹੈ, ਹੁਣ ਸਤਿਗੁਰੂ ਪਾਤਸ਼ਾਹ ਜੀ ਦਿਲਾਂ ਦੀਆਂ ਜਾਣਨ ਵਾਲੇ ਨੇ। ਵੀ ਪਤਾ ਲੱਗ ਗਿਆ ਵੀ ਮਨ ਦੇ ਅੰਦਰ ਇਹ ਵਿਚਾਰ ਚੱਲਦੀ ਪਈ ਹੈ ਵੀ ਇਹ ਮਨ ਦੇ ਅੰਦਰ ਤੇ ਇੱਛਾ ਧਾਰ ਕੇ ਬੈਠਾ ਹੋਇਆ ਵੀ ਇਹ ਇੱਛਾ ਹੈ ਮਨ ਦੇ ਅੰਦਰ। ਤੇ ਹੁਣ ਸਤਿਗੁਰੂ ਪਾਤਸ਼ਾਹ ਜੀ ਹੌਲੀ ਹੌਲੀ ਕਰਕੇ ਆਪਣੇ ਆਸਣ ਵੱਲ ਫਿਰ ਹੋਏ ਨੇ ਵੀ ਆਸਣ ਤੇ ਬੈਠ ਕੇ ਵੀ ਜਿਵੇਂ ਪਾਠ ਦੀ ਸਮਾਪਤੀ ਹੋਈ ਤੇ ਤਿਵੇਂ ਹੀ ਸਤਿਗੁਰੂ ਪਾਤਸ਼ਾਹ ਜੀ ਨੇ ਉਸ ਸਿੱਖ ਦੇ ਜੋ ਮਨ ਦੀ ਇੱਛਾ ਸੀ ਨਾ ਉਹ ਪੂਰੀ ਕਰਨੀ ਕੀਤੀ ਹੈ। ਵੀ ਸਿੱਖਾਂ ਨੂੰ ਕਿਹਾ ਵੀ ਇੱਦਾਂ ਕਰੋ ਵੀ ਤਬੇਲੇ ਦੇ ਵਿੱਚ ਜਿਹੜਾ ਘੋੜਾ ਬੰਨਿਆ ਹੋਇਆ ਨਾ ਵੀ ਉਹ ਲਿਆਓ ਤੇ ਭਾਈ ਗੋਪਾਲਾ ਜੀ ਨੂੰ ਦੇਣਾ ਕਰੋ। ਤੇ ਬਹੁਤ ਧਨ ਵੀ ਦਿੱਤਾ ਗਿਆ, ਬਸਤਰ ਵੀ ਦਿੱਤੇ ਗਏ। ਸੋ ਪਿਆਰ ਵਾਲਿਓ, ਜਿਹੜਾ ਮਨੁੱਖ ਮਨ ਦੀ ਇਕਾਗਰਤਾ ਦੇ ਨਾਲ ਉਸ ਪਰਮਾਤਮਾ ਦਾ ਸਿਮਰਨ ਕਰਦਾ ਹੈ, ਉਸ ਪਰਮਾਤਮਾ ਦੀ ਭਗਤੀ ਕਰਦਾ ਹੈ, ਵੀ ਗੁਰਬਾਣੀ ਨੂੰ ਪੜ੍ਹਦਾ ਹੈ ਨਾ, ਵੀ ਸਤਿਗੁਰੂ ਪਾਤਸ਼ਾਹ ਜੀ ਦੇ ਉਹਨਾਂ ਦੇ ਉੱਤੋਂ ਵੀ ਆਪਣਾ ਸਭ ਕੁਝ ਵਾਰਨ ਲਈ ਤਿਆਰ ਨੇ। ਕੇਵਲ ਕਿਹਦੇ ਕਰਕੇ? ਇੱਕ ਮਨ ਦੀ ਇਕਾਗਰਤਾ ਦੇ ਕਰਕੇ। ਤੇ ਸਤਿਗੁਰੂ ਪਾਤਸ਼ਾਹ ਜੀ ਅੱਜ ਵੀ ਇਹ ਸਮਝਾਉਣਾ ਕਰਦੇ ਨੇ, ਇਹ ਮਨ ਹਰ ਜੀ ਧਿਆਏ ਤੂੰ, ਇੱਕ ਮਨ ਇੱਕ ਚਿੱਤ ਭਾਈ। ਵੀ ਹੇ ਮੇਰੇ ਮਨਾ, ਵੀ ਤੂੰ ਹਰੀ ਦਾ, ਪਰਮਾਤਮਾ ਦਾ ਸਿਮਰਨ ਕਰ, ਉਸ ਪਰਮਾਤਮਾ ਦੀ ਸਿਫਤ ਸਲਾਹ ਕਰ। ਪਰ ਕਿਵੇਂ? ਇੱਕ ਮਨ ਇੱਕ ਚਿੱਤ ਧਿਆਏ ਤੂੰ, ਇੱਕ ਮਨ ਦੇ ਨਾਲ, ਇੱਕ ਚਿੱਤ ਦੇ ਨਾਲ। ਵੀ ਉਸ ਪਰਮਾਤਮਾ ਨੂੰ ਸਿਮਰ, ਉਸ ਪਰਮਾਤਮਾ ਨੂੰ ਯਾਦ ਕਰ, ਉਹਦੀ ਸਿਫਤ ਸਲਾਹ ਕਰ। ਤੇ ਗੁਰਬਾਣੀ ਦੇ ਵਿੱਚੋਂ ਵੀ ਅਨੇਕਾਂ ਸ਼ਬਦ ਵੀ ਇੱਦਾਂ ਦੇ ਮਿਲ ਜਾਣਗੇ ਵੀ ਜਿਹਦੇ ਅੰਦਰ ਸਤਿਗੁਰਾਂ ਨੇ ਸਿੱਖ ਨੂੰ ਇਹ ਸਮਝਾਉਣਾ ਕੀਤਾ ਵੀ ਭਾਈ ਵੀ ਇੱਕ ਦੇ ਨਾਲ ਜੁੜਿਆ ਰਿਹਾ। ਆਨੰਦ ਸਾਹਿਬ ਦੀ ਬਾਣੀ ਨੂੰ ਪੜ੍ਹ ਕੇ ਵੇਖ ਲਵੋ, ਦੂਜੀ ਪੌੜੀ ਪੜ੍ਹੋ। ਇਹ ਮਨ ਮੇਰੇ ਆ ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰੋਹ ਤੂੰ ਮਨ ਮੇਰੇ, ਦੁਖ ਸਭ ਵਿਸਾਰਨਾ, ਅੰਗੀਕਾਰ ਕਰੇ ਤੇਰਾ ਕਾਰਜ ਸਭ ਸਵਾਰਨਾ।
सबना गलां समरथ सुआमी सो क्यों मनो विसारे, कहे नानक मन मेरे सदा रहो हर नाले। भी तू एक दे नाल जुड़िया रह, एक दे विच अभेद रह। भी एक नूं जदों तू सिमरना शुरू कर देवेंगा ना, एक नूं याद करना शुरू कर देवेंगा, तेरा संसार दे उपर आया होया जिहड़ा जन्म है ना, भी ये सफला हो जाएगा। अगली पंक्ति के अंदर कृपा कर दे, हर कीਆਂ सदा सदा वडियाइयां, देहि ना पछूताई। भी हरि दियां ये सब वडियाइयां ने, भी हरि दे अंदर ये गुण है, परमात्मा के अंदर ये गुण है भी वो दात दे के कदे पछताउंदा नहीं, कदे पछतावा नहीं करता भी मैं ये जिहड़ी दात क्यों दिती इसनूं, कि वो परमात्मा ते दातार है। भी गुरु अर्जन पातशाह जी इत्थों तक कि अपनी गुरबाणी के अंदर, अपने शब्द के अंदर ये समझाउणा करते हैं भी भाई मैं ते सारे जगत नूं फिर के वेख लिया, जिन्नी धरती है ना, इस धरती का भ्रमण करके वेख लिया, किते भी मैनू दूजा दातारा नहीं मिलिया, रब वर्गा दातारा। जेकर मेरे तो पूछो कि दाता देन वाला कौन है, भी मैं तो इक्को गल कहांगा हिक ठोक के, भी केवल इक्को ही दाता है, सब जग फिर मैं देखिया हर इक्को दाता। भी सारे जगत नूं फिर के वेख लिया, भी भ्रमण करके घूम के वेख लिया, पर इक्को गल समझ लगी भी हर इक्को दाता, भी एक ही दातार है भी जिहड़ा जीवां नूं दाता दे रहा है। भी इत्थों तक भी वो हरेक जीव का पालन पोषण भी करता है, भी जिहड़ा संसार के अंदर जिसनों भेजिया ना, संसार के अंदर भी उहदे रिज़क का, उहदे खाण पीण का जो प्रबंध है भी वो पहला ही करके भेजा उस परमात्मा ने। सोधर की बाणी के अंदर आप पढ़ते हैं, काहि रे मन चित में उदम जा आहर हर जियो परया, सैल पत्थर में जंतु पाए ताका रिज़क आग्या करत रहा। कि पत्थरों के विच, चट्टानां दे विच पैदा होने वाले जीवां की जेकर रखिया कर रहा है, भी उन्होंने खाण के लिए भोजन पहुँचा रहा है, तो ये जीव तू किस प्रकार की तू चिंता करता पिया, भी उन्हें तेरे भी रिज़क का कोई प्रबंध किया होवेगा, तेरे भी खाण का, तेरी भी साम संभाल का कोई ना कोई तो प्रबंध किया है ना। हर कीਆਂ सदा सदा वडियाइयां, दे ना पछूताए। भी हरि दियां परमात्मा दियां यही वडियाइयां ने, भी यही सिफत है, भी यही गुण है भी वो दात दे के कदे पछताउंदा नहीं, कदे जताउंदा भी नहीं, कदे ये भी नहीं आखदा भी मैं फलाने नूं दात दिती। जेकर कोई मेरे वर्गा कोई मनुख वैसे भी किसी की कोई मदद कर दे ना, भी 10 जियां दे विच जाके गल करदा भी आखदा भी मैं फलाने की मदद की, पर परमात्मा के अंदर एक गुण है भी वो दाता हरेक नूं दे रहा है, पर वो कदे भी जताउंदा नहीं भी मैं इसनूं दात दिती है, ते दात दे के कदे पछताउंदा नहीं, कदे पछतावा नहीं करता। यही परमात्मा की सिफत है भी हो हर कै सद बलिहारना जित सेवियां सुख पाए। भी ये करके ही पातशाह जी कृपा करते तीजे पातशाह जी भी मैं उस गुरु तो उस परमात्मा तो बलिहारने जाना वा, जिहदी सेवा कीतियां भी जिहदा सिमरन कीतियां जिहदी सिफत सलाह कीतियां भी जीवन के अंदर सदा सुख होता है, भी जीवन सदा सुखमई हो जाता है, आनंदमई हो जाता है, जिंदगी च खेड़ा आ जाता है। भी किहदे करके उस परमात्मा की सिफत सलाह कीतियां, परमात्मा के गुणां नूं गाया, नानक गुरमुख मिल रहा हो मैं शब्द जलाए। भी हे नानक जिहड़े गुरमुख जन ने ना, एक मन हो के एक चित हो के उस परमात्मा की भगती करने वाले, उस परमात्मा नूं सिमरन वाले, याद करने वाले,
ਉਹ ਜਿਹੜੇ ਮਨੁੱਖ ਨੇ ਫਿਰ ਗੁਰੂ ਦੇ ਸ਼ਬਦ ਦੇ ਰਾਹੀਂ, ਗੁਰੂ ਦੇ ਗਿਆਨ ਦੇ ਰਾਹੀਂ ਆਪਣੇ ਅੰਦਰੋਂ ਜਿਹੜਾ ਹੰਕਾਰ ਹੈ ਨਾ, ਹੰਕਾਰ ਨੂੰ ਸਾੜ ਕੇ ਫਿਰ ਆਪਣਾ ਮਨ ਇੱਕ ਦੇ ਵਿੱਚ ਜੋੜ ਲੈਂਦੇ ਨੇ, ਇੱਕ ਦੇ ਵਿੱਚ ਸਮਾ ਜਾਂਦੇ ਨੇ, ਇੱਕ ਦੇ ਵਿੱਚ ਟਿਕਾ ਲੈਂਦੇ ਨੇ। ਸੋ ਸਤਿਗੁਰ ਪਾਤਸ਼ਾਹ ਜੀ ਇਹ ਸਮਝਾਉਣ ਦਾ ਯਤਨ ਕਰਦੇ ਨੇ ਵੀ ਭਾਈ, ਵੀ ਜੇਕਰ ਅਸੀਂ ਉਸ ਪਰਮਾਤਮਾ ਦੀ ਸਿਫਤ ਸਲਾਹ ਕਰਦੇ ਹਾਂ, ਉਸ ਪਰਮਾਤਮਾ ਦੇ ਗੁਣਾਂ ਨੂੰ ਗਾਉਂਦੇ ਵੀ ਆ, ਗੁਰਬਾਣੀ ਨੂੰ ਪੜ੍ਹਦੇ ਵੀ ਆ, ਸੋ ਕੋਸ਼ਿਸ਼ ਕਰੀਏ ਵੀ ਇੱਕ ਮਨ ਹੋ ਕੇ, ਇੱਕ ਚਿੱਤ ਹੋ ਕੇ ਉਸ ਪਰਮਾਤਮਾ ਦਾ ਸਿਮਰਨ ਕਰੀਏ, ਸਿਫਤ ਸਲਾਹ ਕਰੀਏ, ਤਾਂ ਜੋ ਸਾਡਾ ਵੀ ਸੰਸਾਰ ਦੇ ਉੱਪਰ ਆਇਆ ਹੋਇਆ ਜਿਹੜਾ ਜੀਵਨ ਹੈ ਸਫਲਾ ਹੋ ਸਕੇ। ਸੋ ਸਤਿਗੁਰੂ ਪਾਤਸ਼ਾਹ ਜੀ ਕਿਰਪਾ ਕਰਨ, ਸਾਨੂੰ ਆਪਣੇ ਸਮੱਤ ਬਖਸ਼ਣ, ਗੁਰਸਿੱਖੀ ਜੀਵਨ ਬਖਸ਼ਣ, ਨਾਮ ਦੀਆਂ ਦਾਤਾਂ ਬਖਸ਼ਣ। ਵਿਚਾਰਾਂ ਦੀ ਸਮਾਪਤੀ, ਸਮਾਂ ਸਮਾਪਤ। ਬੁਲਾਓ ਜੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।